ਉਹ ਸਾਹਿਬਜ਼ਾਦਾ ਅਜੀਤ ਸਿੰਘ ਦੀ ਨਿਗਰਾਨੀ ਹੇਠ ਸਿੱਖਦਾ ਹੈ। ਤਿੰਨਾਂ ਸਾਹਿਬਜ਼ਾਦਿਆਂ ਨੂੰ ਇੱਕ ਨਾਟਕ ਖੇਡਦੇ ਦਿਖਾਇਆ ਜਾਂਦਾ ਹੈ, ਜਿਸ ਵਿੱਚ ਔਰੰਗਜ਼ੇਬ ਤੇ ਵਜ਼ੀਰ ਖਾਨ ਨੂੰ ਰਾਜੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੁੰਦਾ ਹੈ। ਕੋਈ ਵਿਅਕਤੀ ਇਹ ਦੋਵੇਂ ਕਿਰਦਾਰ ਕਰਨ ਲਈ ਬਿਲਕੁਲ ਤਿਆਰ ਨਹੀਂ ਹੁੰਦਾ ਤੇ ਅਖੀਰ ਗੰਗੂ ਇਹ ਦੋਵੇਂ ਕਿਰਦਾਰ ਵਾਰੋ-ਵਾਰੀ ਕਰਨ ਲਈ ਮੰਨ ਜਾਂਦਾ ਹੈ, ਕਿਉਂਕਿ ਉਹਨੂੰ ਸਾਹਿਬਜ਼ਾਦਿਆਂ ਵੱਲੋਂ ਲਾਲਚ ਦਿੱਤਾ ਗਿਆ ਹੁੰਦਾ ਹੈ ਕਿ ਤੈਨੂੰ 10 ਛੁੱਟੀਆਂ ਦੇ ਦਿਆਂਗੇ। ਹੁਣ ਅਸੀਂ ਇੱਥੇ ਇੱਕ ਗੱਲ ਹੋਰ ਨੋਟ ਕਰਦੇ ਹਾਂ ਕਿ ਜਿਹੜਾ ਗੰਗੂ ਬ੍ਰਾਹਮਣ ਲਾਲਚੀ ਪਾਤਰ ਦਿਖਾਇਆ ਗਿਆ ਵਾ ਇਸ ਫਿਲਮ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਵੀ, ਕਿ ਉਹ ਲਾਲਚ ਵਸ ਸੋਨੇ ਦੀਆਂ ਮੋਹਰਾਂ ਦੇ ਲਾਲਚ ਵਸ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਹਵਾਲੇ ਕਰ ਦਿੰਦਾ ਜਾਂ ਪੁਲਿਸ ਦੇ ਹਵਾਲੇ ਕਰ ਦਿੰਦਾ ਆ। ਤੇ ਇਸ ਫਿਲਮ ਦੇ ਵਿੱਚ ਵੀ ਉਹਨੂੰ ਸ਼ੁਰੂ ਤੋਂ ਹੀ ਇਹ ਜਿਹੜਾ ਇੱਕ ਲਾਲਚੀ ਉਹਦਾ ਮਾਈਂਡ ਸੀ ਜਿਹੜਾ ਉਹਨੂੰ ਪੇਸ਼ ਕੀਤਾ ਗਿਆ ਹੈ। ਇੱਕ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇਤਿਹਾਸ ਜਦੋਂ ਪੇਸ਼ ਕੀਤਾ ਜਾ ਰਿਹਾ ਹੁੰਦਾ ਤੇ ਉਹਦੇ ਵਿੱਚ ਜਿਹੜਾ ਡਾਇਰੈਕਟਰ ਹੈ, ਜਿਹੜਾ ਨਿਰਦੇਸ਼ਕ ਹੈ, ਉਹ ਕੁਝ ਨਾ ਕੁਝ ਗਾਲਪਨਿਕ ਅੰਸ਼ ਵੀ ਵਰਤ ਲੈਂਦਾ ਆ। ਗਾਲਪਨਿਕ ਅੰਸ਼ ਕੀ ਹੁੰਦੇ ਆ? ਜਿਹੜਾ ਇਤਿਹਾਸ ਦਾ ਹਿੱਸਾ ਨਹੀਂ ਹੁੰਦੇ, ਉਹ ਸਿਰਫ ਕਿਸੇ ਪਾਤਰ ਨੂੰ ਉਭਾਰਨ ਵਾਸਤੇ ਵਰਤੇ ਜਾਂਦੇ ਨੇ। ਜਿਵੇਂ ਉਹਨੇ ਇਸ ਫਿਲਮ ਦੇ ਵਿੱਚ ਗੰਗੂ ਨੂੰ ਇੱਕ ਲਾਲਚੀ ਪਾਤਰ ਵਜੋਂ ਉਭਾਰਨਾ ਸੀ, ਤੇ ਇੱਥੇ ਇਹ ਗੱਲਾਂ ਜਿਹੜੀਆਂ ਨੇ ਕੁਝ ਗਾਲਪਨਿਕ ਤੌਰ ਤੇ ਵੀ ਕੀਤੀਆਂ ਗਈਆਂ ਨੇ। ਅਜਿਹੇ ਗਲਪੀ ਅੰਸ਼ ਵਰਤ ਕੇ ਜਿੱਥੇ ਗੰਗੂ ਨੂੰ ਲਾਲਚ ਵਸ ਕੁਝ ਵੀ ਕਰ ਜਾਣ ਵਾਲਾ ਦਿਖਾਇਆ ਗਿਆ ਹੈ, ਉੱਥੇ ਇਹ ਵੀ ਦਰਸਾਉਣ ਦਾ ਯਤਨ ਕੀਤਾ ਗਿਆ ਹੈ ਕਿ ਮਨੁੱਖ ਚਾਹੇ ਜਿਸ ਵੀ ਮਾਹੌਲ ਵਿੱਚ ਰਹਿੰਦਾ ਹੋਵੇ, ਜਿਸ ਪ੍ਰਵਿਰਤੀ ਨੂੰ ਉਹ ਬੜਾਵਾ ਦੇਵੇਗਾ ਉਹੀ ਭਾਰੂ ਹੋ ਜਾਵੇਗੀ। ਇੱਥੇ ਗੰਗੂ ਗੁਰੂ ਸਾਹਿਬ ਦੇ ਘਰ ਪਰਿਵਾਰਕ ਮੈਂਬਰਾਂ ਵਾਂਗ ਵਿਚਰਦਾ ਹੈ, ਪਰੰਤੂ ਧਨ ਦੌਲਤ ਦੇ ਲਾਲਚ ਵਿੱਚ ਆ ਕੇ ਮਾਸੂਮ ਬੱਚਿਆਂ ਤੇ ਮਾਤਾ ਗੁਜਰੀ ਨੂੰ ਮੁਗਲਾਂ ਦੇ ਹਵਾਲੇ ਕਰ ਦਿੰਦਾ ਹੈ। ਇਹਨਾਂ ਫਿਲਮਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਸਮੇਂ ਅਤੇ ਉਹਨਾਂ ਦੇ ਪਿੱਛੋਂ ਦੇ ਕੁਝ ਸਮੇਂ ਤੱਕ ਦਾ ਇਤਿਹਾਸ ਪੇਸ਼ ਕੀਤਾ ਗਿਆ ਹੈ। ਦਰਸ਼ਕਾਂ ਲਈ ਜਾਣੇ ਪਛਾਣੇ ਇਤਿਹਾਸ ਵਿੱਚ ਕੁਝ ਵੱਖਰਾਪਣ ਪੇਸ਼ ਕਰਨ ਲਈ ਕਿਤੇ ਕਿਤੇ ਗਲਪੀ ਤੱਤਾਂ ਦੀ ਵਰਤੋਂ ਕੀਤੀ ਗਈ ਹੈ। ਗੁਰੂ ਗੋਬਿੰਦ ਸਿੰਘ ਦਾ ਸਮਕਾਲੀ ਇੱਕ ਬਾਬਾ ਬੁੱਲੇ ਸ਼ਾਹ ਸੂਫੀ ਫਕੀਰ ਜਿਹੜਾ ਹੋਇਆ ਆ, ਉਹਨੂੰ ਵੀ ਦਿਖਾਇਆ ਗਿਆ ਫਿਲਮ ਦੇ ਵਿੱਚ। ਤੇ ਦੋਹਾਂ ਫਿਲਮਾਂ ਦੇ ਅੰਤ ਵਿੱਚ ਓਮਪੁਰੀ ਦੀ ਆਵਾਜ਼ ਵਿੱਚ ਕੁਝ ਮਹੱਤਵਪੂਰਨ ਇਤਿਹਾਸਕ ਤੱਥਾਂ ਨੂੰ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਬਾਰੇ ਮੈਨੂੰ ਲੱਗਦਾ ਹੈ ਕਿ ਸਾਡੀ ਜਿਹੜੀ ਅਜੋਕੀ ਪੀੜ੍ਹੀ ਹੈ ਉਹ ਅਣਜਾਣ ਸੀ। ਤੇ ਇਹਨਾਂ ਇਤਿਹਾਸਕ ਤੱਥਾਂ ਵਿੱਚੋਂ ਕੁਝ ਦਾ ਸੰਬੰਧ ਤਾਂ ਜ਼ਰੂਰ ਬੀਤੇ ਨਾਲ ਹੈ, ਪਰੰਤੂ ਕੁਝ ਅਜਿਹੇ ਵੀ ਹਨ ਜਿਨ੍ਹਾਂ ਦਾ ਸੰਬੰਧ ਸਮਕਾਲ ਨਾਲ ਹੈ। ਤੇ ਜਿਹੜੇ ਇਹਨਾਂ ਫਿਲਮਾਂ ਦੇ ਵਿੱਚ ਇਤਿਹਾਸਕ ਤੱਥ ਦਿਖਾਏ ਗਏ ਨੇ ਜਾਂ ਪੇਸ਼ ਕੀਤੇ ਗਏ ਨੇ, ਉਹਨਾਂ ਦੇ ਵਿੱਚੋਂ ਕੁਝ ਇਤਿਹਾਸਕ ਤੱਥ ਜਿਹੜੇ ਆ ਮੈਂ ਆਪਣੇ ਵਿਦਿਆਰਥੀਆਂ ਦੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਕਿ ਜਿਵੇਂ ਗੰਗੂ ਨੂੰ ਨਾਂ ਵਿੱਚ ਮਿਲਿਆ ਸੋਨਾ ਕਦ ਮਿੱਟੀ ਵਿੱਚ ਮਿਲਿਆ, ਉਸ ਨੂੰ ਪਤਾ ਵੀ ਨਹੀਂ ਚੱਲਿਆ। ਉਸ ਦੀ ਜ਼ਮੀਰ ਪਾਪ ਦਾ ਬੋਝ ਸਹਿ ਨਾ ਸਕੀ ਤੇ ਉਹ ਪਾਗਲ ਹੋ ਗਿਆ। ਜਿਹੜੇ ਮੋਤੀ ਰਾਮ ਮਹਿਰਾ ਸੀ, ਜਿਹੜਾ ਜਿਹਨੇ ਦੁੱਧ ਦੀ ਸੇਵਾ ਕੀਤੀ ਸੀ ਗੁਰੂ ਸਾਹਿਬਾਨ ਦੇ ਸਾਹਿਬਜ਼ਾਦਿਆਂ ਦੀ, ਤੇ ਉਹਦੇ ਪਰਿਵਾਰ ਨੂੰ ਵੀ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। 40 ਬਾਗੀ ਸਿੱਖ ਗੁਰੂ ਗੋਬਿੰਦ ਸਿੰਘ ਤੋਂ ਬੇਮੁਖ ਹੋ ਕੇ ਪਛਤਾਏ ਸੀ। ਉਹ ਇਹ 40 ਸਿੱਖ ਕਿਹੜੇ ਸੀ, ਮੈਂ ਆਪਣੇ ਵਿਦਿਆਰਥੀਆਂ ਨਾਲ ਇਹ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਜਦੋਂ ਅਨੰਦਪੁਰ ਦੇ ਕਿਲੇ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਮੁਗਲਾਂ ਦੀ ਫੌਜ ਨੇ ਘੇਰਾ ਪਾ ਲਿਆ ਸੀ, ਤਾਂ ਉਸ ਵੇਲੇ ਕੁਝ ਸਿੰਘ ਅਜਿਹੇ ਸੀ ਜਿਹੜੇ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਨੂੰ ਕਿ ਜਿਹੜੇ ਮੁਗਲ ਨੇ ਸਹੁੰਆਂ ਖਾ ਰਹੇ ਨੇ ਤੇ ਆਪਾਂ ਅਨੰਦਪੁਰ ਦਾ ਕਿਲਾ ਛੱਡ ਦਈਏ, ਕਿਉਂਕਿ ਉਹ ਸਹੁੰਆਂ ਖਾਂਦੇ ਸੀ ਕਿ ਤੁਸੀਂ ਅਨੰਦਪੁਰ ਦਾ ਕਿਲਾ ਜਿਹੜਾ ਸਾਨੂੰ ਦੇ ਦਿਓ, ਛੱਡ ਕੇ ਚਲੇ ਜਾਓ, ਅਸੀਂ ਤੁਹਾਡੇ ਪਰਿਵਾਰ ਦੇ ਮਗਰ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ। ਪਰ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸੀ, ਉਹਨਾਂ ਨੇ ਉਹਨਾਂ ਦੇ ਉੱਤੇ, ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਕਸਮਾਂ ਖਾ ਕੇ ਮੁੱਕਰ ਜਾਣਾ ਆ, ਤੇ ਗੁਰੂ ਗੋਬਿੰਦ ਸਿੰਘ ਨੇ ਜਦੋਂ ਕਿਲਾ ਛੱਡਣ ਤੋਂ ਇਨਕਾਰ ਕੀਤਾ ਤੇ 40 ਸਿੰਘ ਜਿਹੜੇ ਸੀ ਉਹ ਗੁਰੂ ਨੂੰ ਇੱਕ ਪੱਤਰ ਲਿਖ ਕੇ ਦੇ ਆਏ ਸੀ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਤੇ ਜਦੋਂ ਗੁਰੂ ਜੀ ਨੇ ਬਾਅਦ ਦੇ ਵਿੱਚ ਕੁਝ ਹੋਰ ਸਿੰਘਾਂ ਦੇ ਕਹਿਣ ਤੇ ਜਦੋਂ ਕਿਲਾ ਫਿਰ ਛੱਡ ਦਿੱਤਾ, ਤਾਂ ਫਿਰ ਜਿਹੜੇ ਮੁਗਲ ਸੀ ਉਹਨਾਂ ਨੇ ਹਮਲਾ ਕਰਕੇ ਸਰਸਾ ਨਦੀ ਜਿਹੜੀ ਸੀ ਉੱਥੇ ਪਰਿਵਾਰ ਸਾਰਾ ਵਿਛੜ ਗਿਆ ਗੁਰੂ ਜੀ ਦਾ। ਤੇ ਇਹ ਜਿਹੜੇ 40 ਸਿੱਖ ਵਿਦਾਵਾ ਦੇ ਕੇ ਆਏ ਸੀ, ਇਹ ਖਿਦਰਾਣੇ ਦੀ ਢਾਬ ਤੇ ਜਾ ਕੇ ਗੁਰੂ ਸਾਹਿਬ ਨੂੰ ਮਿਲੇ ਸੀ ਜਦੋਂ ਮੁਗਲਾਂ ਨੇ ਪਿੱਛਾ ਕੀਤਾ। ਉੱਥੇ ਜਾ ਕੇ ਵੀ ਲੜਾਈ ਹੋਈ 1705 ਈਸਵੀ ਦੇ ਵਿੱਚ। ਉੱਥੇ ਜਾ ਕੇ ਵੀ ਇਹਨਾਂ ਨੇ ਗੁਰੂ ਤੋਂ ਜਦੋਂ ਕਿਹਾ ਕਿ ਸਾਨੂੰ ਆਪਣੇ ਚਰਨਾਂ ਦੇ ਵਿੱਚ ਲਾ ਲਓ, ਸਾਨੂੰ ਬਖਸ਼ ਦਿਓ, ਤੇ ਗੁਰੂ ਨੇ ਉਹ ਵਿਦਾਵਾ ਸੀ ਜਿਹੜਾ, ਉਹ ਚਿੱਠੀ ਸੀ ਜਿਹੜੀ, ਉਹ ਪਾੜ ਦਿੱਤੀ ਸੀ ਤੇ ਆਪਣੇ ਛਾਤੀ ਨਾਲ ਲਾਇਆ ਸੀ। ਮਹਾ ਸਿੰਘ ਜਿਹੜਾ ਸੀ ਉਹ ਉਸ ਵੇਲੇ ਇਹਨਾਂ 40 ਸਿੱਖਾਂ ਦਾ ਜਿਹੜਾ ਆਗੂ ਸੀ। ਤੇ ਫਿਰ ਉਹ 40 ਜਿਹੜੇ ਸਿੱਖ ਸੀ ਉਹ ਉੱਥੇ ਖਿਦਰਾਣੇ ਦੀ ਢਾਬ ਤੇ ਸ਼ਹੀਦ ਹੋਏ ਸੀ। ਤੇ ਜਿੱਥੇ ਅੱਜ ਕੱਲ ਮੁਕਤਸਰ ਸਾਹਿਬ ਗੁਰਦੁਆਰਾ ਹੈ ਜਿਹੜਾ, ਜਿੱਥੇ ਅਸੀਂ ਲੋਹੜੀ ਤੋਂ ਬਾਅਦ ਚ ਮਾਘੀ ਦਾ ਜਿਹੜਾ ਇੱਕ ਪਵਿੱਤਰ ਦਿਹਾੜਾ ਅਸੀਂ ਮਨਾਉਣੇ ਆ 40 ਮੁਕਤਿਆਂ ਦੀ ਯਾਦ ਦੇ ਵਿੱਚ। ਹੋਰਾਂ ਸਿੰਘਾਂ ਨਾਲ ਮਾਈ ਭਾਗੋ ਵੀ ਗੁਰੂ ਸਾਹਿਬ ਨਾਲ ਕਦਮ ਮਿਲਾ ਕੇ ਚੱਲੀ
ਨੰਦੇੜ ਨੂੰ ਉਸਨੇ ਆਪਣਾ ਘਰ ਬਣਾਇਆ ਤੇ ਬੜੀ ਸ਼ਰਧਾ ਨਾਲ ਖਾਲਸੇ ਦੀ ਸੇਵਾ ਕੀਤੀ। ਮਾਤਾ ਸੁੰਦਰੀ ਜੀ ਨੇ ਦਿੱਲੀ ਜਾ ਕੇ ਡੇਰਾ ਲਾਇਆ ਅਤੇ ਖਾਲਸੇ ਦੇ ਰਾਜਨੀਤਿਕ ਮਸਲਿਆਂ ਦੀ ਵਾਗਡੋਰ ਸੰਭਾਲੀ। ਇਸ ਤੋਂ ਇਲਾਵਾ ਜਿਹੜਾ ਚਮਕੌਰ ਦੀ ਗੜੀ ਆ ਉਹਦਾ ਮਾਲਕ ਬੁੱਧੂ ਚੰਦ ਦੀ ਪੀੜ੍ਹੀ ਅੱਜ ਵੀ ਚਮਕੌਰ ਸਾਹਿਬ ਦੇ ਆਸ-ਪਾਸ ਬੜੀ ਸ਼ਾਨੋ ਸ਼ੌਕਤ ਨਾਲ ਵੱਸਦੀ ਹੈ। ਜਿਸ ਵਕਤ ਗੁਰੂ ਸਾਹਿਬ ਨੂੰ ਦੱਸਿਆ ਗਿਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਵਜ਼ੀਰ ਖਾਨ ਨੇ ਸ਼ਹੀਦ ਕਰ ਦਿੱਤਾ ਹੈ, ਉਹਨਾਂ ਨੇ ਹੱਥ ਵਿੱਚ ਫੜੇ ਤੀਰ ਨੂੰ ਧਰਤੀ ਤੇ ਮਾਰ ਕੇ ਇੱਕ ਬੂਟਾ ਪੁੱਟ ਕੇ ਕਿਹਾ ਕਿ ਇਸ ਬੇਰਹਿਮ ਮੁਗਲ ਸਲਤਨਤ ਦੇ ਦਿਨ ਹੁਣ ਉਂਗਲਾਂ ਤੇ ਗਿਣੇ ਜਾ ਸਕਦੇ ਹਨ। ਠੀਕ ਇਸੇ ਤਰ੍ਹਾਂ ਹੀ ਹੋਇਆ। 200 ਸਾਲ ਰਾਜ ਕਰਨ ਤੋਂ ਬਾਅਦ ਮੁਗਲ ਸਲਤਨਤ ਅਗਲੇ ਕੁਝ ਸਾਲਾਂ ਵਿੱਚ ਖਤਮ ਹੋ ਗਈ। ਜਿਹੜੇ ਥਾਣੇ ਵਿੱਚ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਵਿੱਚ ਦਿਖਾਇਆ ਗਿਆ ਸੀ, ਇਹ ਬਿਲਕੁਲ ਉਸੇ ਦੀ ਨਕਲ ਹੈ ਜਿਹੜੇ ਥਾਣੇ ਦਾ ਕਮਰਾ ਅੱਜ ਵੀ ਮੋਰਿੰਡੇ ਵਿੱਚ ਹੈ। ਇਸ ਪਵਿੱਤਰ ਥਾਂ ਤੇ ਗੁਰਦੁਆਰਾ ਸਾਹਿਬ ਸਥਾਪਿਤ ਹੈ। ਜਿਹੜੇ ਦਰਖਤ ਥੱਲੇ ਗੁਰੂ ਸਾਹਿਬ ਨੂੰ ਮਾਛੀਵਾੜੇ ਦੇ ਜੰਗਲਾਂ ਵਿੱਚ ਆਰਾਮ ਕਰਦੇ ਹੋਏ ਦਿਖਾਇਆ ਗਿਆ, ਉਸੇ ਦਰਖਤ ਦੀ ਹੂਬਹੂ ਨਕਲ ਹੈ ਜਿਹੜਾ ਦਰਖਤ ਅੱਜ ਵੀ ਮਾਛੀਵਾੜੇ ਵਿੱਚ ਹੈ। ਉਸ ਪਵਿੱਤਰ ਥਾਂ ਤੇ ਗੁਰਦੁਆਰਾ ਸਾਹਿਬ ਹੈ। ਇਹ ਜਦੋਂ ਪਿੱਛੇ ਜੇ ਹੁਣ ਸ਼ਹੀਦੀ ਦਿਵਸ ਨਿਕਲ ਕੇ ਗਿਆ ਹੈ, ਇਸ ਜਗ੍ਹਾ ਦੇ ਉੱਤੇ ਸਿਜਦਾ ਕਰਨ ਦਾ ਮੈਨੂੰ ਵੀ ਮੌਕਾ ਮਿਲਿਆ ਹੈ ਤੇ ਮੈਂ ਆਪ ਦੇਖਿਆ ਹੈ ਕਿ ਇਹ ਦਰਖਤ ਜਾਂ ਇਹ ਜਿਹੜੀਆਂ ਚੀਜ਼ਾਂ ਇਸ ਫਿਲਮ ਦੇ ਵਿੱਚ ਦਿਖਾਈਆਂ ਗਈਆਂ ਨੇ, ਉਸੇ ਤਰ੍ਹਾਂ ਹੀ ਉੱਥੇ ਹੈਗੀਆਂ ਨੇ। ਇੱਕ ਗੱਲ ਹੋਰ ਕਿ ਹਮੇਸ਼ਾ ਜਿਹੜੀ ਬਦੀ ਹੈ ਉਹ ਹਾਰਦੀ ਹੈ ਤੇ ਨੇਕੀ ਦੀ ਜਿੱਤ ਹੁੰਦੀ ਹੈ। ਤੇ ਜਦੋਂ 1700 ਦੇ ਵਿੱਚ ਇਹਨਾਂ ਜਿਹੜੇ ਆਪਣੇ ਹੈਗੇ ਸੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ 5-6 ਸਾਲ ਬਾਅਦ ਦੇ ਵਿੱਚ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਸੀ, ਉਹਨੇ 14 ਮਈ 1710 ਈਸਵੀ ਨੂੰ ਸਰਹੰਦ ਜਿਹੜਾ ਸੀ ਉਹਨੂੰ ਜਿੱਤ ਲਿਆ ਸੀ। ਬਾਬਾ ਬੰਦਾ ਸਿੰਘ ਦਾ ਸਾਥੀ ਫਤਿਹ ਸਿੰਘ ਜਿਹੜਾ ਸੀ, ਉਹਨੇ ਵਜ਼ੀਰ ਖਾਨ ਦਾ ਸਿਰ ਕਲਮ ਕਰ ਦਿੱਤਾ ਸੀ ਤੇ ਕੇਸਰੀ ਝੰਡਾ ਜਿਹੜਾ ਉਹ ਸਰਹੰਦ ਦੇ ਕਿਲੇ ਤੇ ਗੱਡ ਦਿੱਤਾ ਗਿਆ ਸੀ। ਸਿੰਘਾਂ ਨੇ ਸਰਹੰਦ ਨੂੰ ਫਤਿਹ ਕਰਕੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਕੱਟੜਵਾਦ ਮੁਗਲਾਂ ਤੋਂ ਆਜ਼ਾਦ ਕਰਵਾਇਆ। ਲੋਕਾਂ ਨੇ ਜੀ ਭਰ ਕੇ ਖਜ਼ਾਨੇ ਲੁੱਟੇ ਤੇ ਬੰਦਾ ਸਿੰਘ ਬਹਾਦਰ ਲੱਭਦਾ ਹੋਇਆ ਉਸ ਖਜ਼ਾਨੇ ਕੋਲ ਗੋਡੇ ਟੇਕ ਕੇ ਜਾ ਬੈਠਾ, ਉਸ ਦੀਵਾਰ ਦੀਆਂ ਨੀਹਾਂ ਕੋਲ ਜਿਨ੍ਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ। ਇਹ ਵੀ ਇਸ ਫਿਲਮ ਦੇ ਵਿੱਚ ਇੱਕ ਜਿਹੜਾ ਵਾ ਉਹ ਇਤਿਹਾਸਕ ਤੱਥ ਜਿਹੜੇ ਆ ਉਹ ਦਿਖਾਏ ਗਏ ਨੇ। ਬਾਬਾ ਬੰਦਾ ਬਹਾਦਰ ਨੇ ਪਹਿਲਾਂ ਖਾਲਸਾ ਰਾਜ ਦੀ ਸਥਾਪਨਾ ਕਰਕੇ ਨਾਨਕਸ਼ਾਹੀ ਸਿੱਕੇ ਚਲਾਏ। ਉਹਨਾਂ ਸਿੱਕਿਆਂ ਤੇ ਲਿਖਿਆ ਸੀ, ਸਭਨਾ ਦੇ ਦਾਤਾ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਸੀਮ ਕਿਰਪਾ ਦੇ ਨਾਲ ਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਨੂੰ ਅਰਪਿਤ। ਬੰਦਾ ਸਿੰਘ ਨੇ ਲੋਹਗੜ੍ਹ ਦੇ ਕਿਲੇ ਨੂੰ ਆਪਣੀ ਸੈਨਾ ਦੇ ਮੁੱਖ ਕੇਂਦਰ ਵਜੋਂ ਸਥਾਪਿਤ ਕੀਤਾ। ਉਸਨੇ ਪਹਾੜੀ ਰਾਜਿਆਂ ਨੂੰ ਲੋਹੇ ਦੇ ਚਣੇ ਚਬਾਏ। ਲੋਹੇ ਦੇ ਚਣੇ ਚਬਾਉਣ ਦਾ ਭਾਵ ਬੜੀ ਬੁਰੀ ਤਰ੍ਹਾਂ ਹਰਾਇਆ ਉਹਨਾਂ ਨੂੰ, ਜਿਨ੍ਹਾਂ ਨੇ ਆਨੰਦਪੁਰ ਦੀ ਜੰਗ ਵਿੱਚ ਗੁਰੂ ਸਾਹਿਬ ਨੂੰ ਧੋਖਾ ਦਿੱਤਾ ਸੀ। ਉਸ ਧੋਖੇ ਦਾ ਜ਼ਿਕਰ ਮੈਂ ਪਹਿਲਾਂ ਵੀ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਸਮਾਂ ਖਾ ਕੇ ਤੇ ਕਿਲਾ ਛਡਵਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਤੇ ਬਾਅਦ ਦੇ ਵਿੱਚ ਹਮਲਾ ਕੀਤਾ। ਉਹਨਾਂ ਦੇ ਛੋਟੇ ਛੋਟੇ ਬੱਚੇ ਜਿਹੜੇ ਸੀ, ਉਹ ਸਾਰਾ ਪਰਿਵਾਰ ਜਿਹੜਾ ਉਹ ਖੇਰੂ ਖੇਰੂ ਹੋ ਗਿਆ। ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਇੱਕ ਪਾਸੇ ਰਹਿ ਗਏ, ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਜਿਹੜੇ ਉਹ ਕਿਸੇ ਹੋਰ ਪਾਸੇ ਚਲੇ ਗਏ। ਬੰਦਾ ਸਿੰਘ ਬਹਾਦਰ ਨੇ ਚੰਬੇ ਦੇ ਰਾਜੇ ਉਦੇ ਸਿੰਘ ਦੀ ਬੇਟੀ ਸੁਸ਼ੀਲ ਕੌਰ ਨਾਲ ਵਿਆਹ ਕੀਤਾ, ਜਿਸ ਦੀ ਕੁੱਖੋਂ ਉਸਦਾ ਪੁੱਤਰ ਅਜੇ ਸਿੰਘ ਪੈਦਾ ਹੋਇਆ। ਬੰਦਾ ਸਿੰਘ ਦਾ ਦੂਸਰਾ ਵਿਆਹ ਸਾਹਿਬ ਕੌਰ ਨਾਲ ਹੋਇਆ, ਜਿਹੜੀ ਕਿ ਜਦੋਂ ਗੁਰਦਾਸ ਨੰਗਲ ਬੰਦਾ ਸਿੰਘ ਦੀ ਗ੍ਰਿਫਤਾਰੀ ਹੋਈ, ਉਹ ਉਸਦੇ ਨਾਲ ਨਹੀਂ ਸੀ, ਕਿਉਂਕਿ ਉਸ ਵੇਲੇ ਉਹ ਬੰਦਾ ਸਿੰਘ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ। ਬਾਅਦ ਵਿੱਚ ਉਸਨੇ ਉਸਦੇ ਪੁੱਤਰ ਨੂੰ ਜਨਮ ਦਿੱਤਾ, ਜਿਸ ਦੀ 9ਵੀਂ ਪੀੜ੍ਹੀ ਅੱਜ ਵੀ ਕਟੜੇ ਦੇ ਕੋਲ ਪਿੰਡ ਰਿਆਸੀ ਦੇ ਰੋਹਤਕ ਦੇ ਨਿਵਾਸੀ ਹਨ। ਇਹ ਚੀਜ਼ਾਂ ਵੀ ਜਿਹੜੀਆਂ ਜਦੋਂ ਅਸੀਂ ਇਹ ਫਿਲਮਾਂ ਦੇਖਦੇ ਹਾਂ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਸਾਡਾ ਜਿਹੜਾ ਇਤਿਹਾਸਕ ਵਿਰਸੇ ਦੇ ਸਾਡੇ ਜਿਹੜੇ ਨਾਇਕ ਨੇ, ਉਹਨਾਂ ਦੇ ਪਰਿਵਾਰ ਅੱਜ ਵੀ ਜਿਹੜੇ ਆ ਕਿਤੇ ਨਾ ਕਿਤੇ ਰਹਿ ਰਹੇ ਨੇ ਤੇ ਅਸੀਂ ਇਹਨਾਂ ਚੀਜ਼ਾਂ ਤੋਂ ਅਣਜਾਣ ਸੀ। ਮੁਗਲਾਂ ਨੇ ਲੋਹਗੜ੍ਹ ਦਾ ਕਿਲਾ ਜਿੱਤਣ ਤੋਂ ਬਾਅਦ ਬੰਦਾ ਸਿੰਘ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਉਸ ਵਕਤ ਉਸਨੇ ਰੋਪੜ, ਜਲੰਧਰ ਦੇ ਮਾਰਗ, ਪਿੰਡ ਰਾਇਲ ਮਾਜਰਾ ਦੀਆਂ ਗੁਫਾਵਾਂ ਵਿੱਚ ਸ਼ਰਨ ਲੈ ਲਈ ਸੀ। ਇਹ ਇਤਿਹਾਸਕ ਗੁੰਝਲਦਾਰ ਗੁਫਾਵਾਂ ਇੰਨੀਆਂ ਉੱਚੀਆਂ ਸਨ ਕਿ ਪਹਾੜੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਘੋੜਸਵਾਰ ਆਸਾਨੀ ਨਾਲ ਨਿਕਲ ਜਾਂਦੇ। ਤੇ ਆਖਰਕਾਰ ਬੰਦਾ ਸਿੰਘ ਜਿਹੜਾ ਸੀ, ਉਹ ਆਪਣੀ ਪਤਨੀ ਸੁਸ਼ੀਲ ਕੌਰ, ਪੁੱਤਰ ਅਜੇ ਸਿੰਘ ਤੇ 200 ਤੋਂ ਵੱਧ ਸਿੰਘਾਂ ਨਾਲ ਉਸਨੇ ਆਤਮ ਸਮਰਪਣ ਕੀਤਾ ਸੀ। ਉਹ ਫੜਿਆ ਨਹੀਂ ਸੀ ਗਿਆ, ਆਤਮ ਸਮਰਪਣ ਕੀਤਾ ਸੀ। ਤੇ ਹਾਲਾਂਕਿ ਪਰਿਵਾਰ ਸਮੇਤ ਬਚ ਕੇ ਨਿਕਲ ਜਾਣ ਦਾ ਪੂਰਾ ਇੰਤਜ਼ਾਮ ਸੀ, ਪਰ ਉਸਨੇ ਆਪਣੇ ਗੁਰੂ ਦੇ ਬੋਲ ਕਿ ਮਰਨਾ ਉਸੇ ਦਾ ਸਫਲ ਮੰਨਿਆ ਜਾਂਦਾ ਹੈ ਜਿਹੜਾ ਦੂਸਰਿਆਂ ਨੂੰ ਮਰਨ ਦੀ ਜਾਚ ਸਿਖਾ ਦੇਵੇ,
ਉਸ ਬੋਲ ਨੂੰ ਪਗਾਇਆ ਸੀ ਬੰਦਾ ਸਿੰਘ ਨੇ ਆਤਮ ਸਮਰਪਣ ਕਰਕੇ। ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਕੇ ਉਸਦੇ ਸਰੀਰ ਦੇ ਟੁਕੜੇ ਪੂਰੀ ਦਿੱਲੀ ਵਿੱਚ ਖਿਲਾਰ ਦਿੱਤੇ, ਪਰੰਤੂ ਉਸਦੀ ਦੂਸਰੀ ਪਤਨੀ ਸਾਹਿਬ ਕੌਰ ਦੇ ਭਰਾ ਨੇ ਕੁਝ ਕੁ ਟੁਕੜੇ ਇਕੱਠੇ ਕਰਕੇ ਉਹਨਾਂ ਦਾ ਸੰਸਕਾਰ ਜਿਹੜਾ ਸੀ ਉਹ ਕਰ ਦਿੱਤਾ। ਇੱਥੋਂ ਅਸੀਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਜਿਹੜੇ ਇਤਿਹਾਸਕ ਵੇਰਵੇ ਸਾਨੂੰ ਇਸ ਫਿਲਮਾਂ ਦੇ ਵਿੱਚ ਮਿਲਦੇ ਨੇ ਕਿ ਨੰਦੇੜ ਦਾ ਉਹ ਸਥਾਨ ਜਿੱਥੇ ਜਾ ਕੇ ਗੁਰੂ ਸਾਹਿਬ ਨੇ ਡੇਰਾ ਲਾਇਆ ਸੀ ਜਦੋਂ ਚਮਕੌਰ ਦੀ ਲੜਾਈ ਤੋਂ ਬਾਅਦ, ਤੇ ਉਹ ਅੱਜ ਮਹਾਰਾਸ਼ਟਰ ਵਿੱਚ ਹੈ ਤੇ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਿੱਖਾਂ ਦੇ 5 ਤਖਤਾਂ ਵਿੱਚੋਂ ਇੱਕ ਹੈ। ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ਨਾਲ 1832 ਤੋਂ 1837 ਈਸਵੀ ਦੇ ਵਿੱਚ ਬਣਵਾਇਆ ਗਿਆ ਸੀ ਤੇ ਗੁਰੂ ਸਾਹਿਬ ਦੇ ਸਮੇਂ ਵਾਲੀਆਂ ਉਹ ਸਾਰੀਆਂ ਰਸਮਾਂ ਜੋ ਗੁਰੂ ਸਾਹਿਬ ਵੇਲੇ ਪ੍ਰਚਲਿਤ ਸਨ ਅੱਜ ਵੀ ਉੱਥੇ ਉਸੇ ਤਰ੍ਹਾਂ ਨਿਭਾਈਆਂ ਜਾਂਦੀਆਂ ਹਨ। ਚਮਕੌਰ ਦੀ ਜੰਗ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ। ਜ਼ਫਰਨਾਮਾ ਇੱਕ ਬੜਾ ਵੱਡਾ ਇਤਿਹਾਸਕ ਦਸਤਾਵੇਜ਼ ਹੈ ਜਿਹਨੂੰ ਅਸੀਂ ਜਿੱਤ ਦੀ ਚਿੱਠੀ ਵੀ ਕਹਿ ਦਿੰਦੇ ਹਾਂ ਕਿ ਜਦੋਂ ਉਹ ਅਹਿਮਦਨਗਰ ਵਿੱਚ ਸਨ 1705 ਈਸਵੀ ਦੇ ਵਿੱਚ ਜ਼ਫਰਨਾਮਾ ਜਿਹੜਾ ਔਰੰਗਜ਼ੇਬ ਨੂੰ ਲਿਖਿਆ ਗਿਆ, ਜਿਸ ਵਿੱਚ ਉਹਨਾਂ ਨੇ ਔਰੰਗਜ਼ੇਬ ਨੂੰ ਚੰਗੀ ਫਟਕਾਰ ਪਾਈ ਤੇ ਕਿਹਾ ਤੂੰ ਇਨਸਾਨੀ ਤੌਰ ਤੇ ਕਮਜ਼ੋਰ ਹੋਣ ਦੇ ਨਾਲ ਨਾਲ ਇੱਕ ਅਤਿਆਚਾਰੀ ਸ਼ਾਸਕ ਹੈ। ਤੂੰ ਤੇ ਤੇਰੇ ਚਹੇਤੇ ਸਿਪਾਹ ਸਲਾਰਾਂ ਨੇ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਤੇ ਫਿਰ ਉਹਨਾਂ ਵਾਅਦਿਆਂ ਨੂੰ ਤੋੜਿਆ। ਮੈਂ ਆਪਣੇ ਵਿਦਿਆਰਥੀਆਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਉਹ ਜ਼ਫਰਨਾਮਾ ਲਿਖਿਆ ਸੀ ਉਹਦੀ ਸ਼ਬਦਾਵਲੀ ਜਿਹੜੀ ਆ ਉਹ ਐਡੀ ਆਪਾਂ ਕਹਿ ਸਕਦੇ ਹਾਂ ਕਿ ਉੱਚ ਪਾਏ ਦੀ ਸੀ। ਇੰਨੀਆਂ ਜਿਹੜੀਆਂ ਉਹਦੇ ਵਿੱਚ ਲਾਹਨਤਾਂ ਜਿਹੜੀਆਂ ਪਾਈਆਂ ਗਈਆਂ ਉਹਨੂੰ ਔਰੰਗਜ਼ੇਬ ਨੂੰ ਕਿ ਉਹ ਚਿੱਠੀ ਪੜ੍ਹ ਕੇ ਹੀ ਉਹਦਾ ਮਾਨਸਿਕ ਤਵਾਜ਼ਨ ਜਿਹੜਾ ਉਹ ਵਿਗੜ ਗਿਆ ਸੀ। ਚੱਪੜਚਿੜੀ ਦੇ ਮਹਾਯੁੱਧ ਵਿੱਚ ਬੰਦਾ ਸਿੰਘ ਨੇ ਵਜ਼ੀਰ ਖਾਨ ਤੇ ਫਤਿਹ ਪਾਈ। ਇਹ ਚੱਪੜਚਿੜੀ ਜਿਹੜੀ ਆ ਇਹ 1710 ਈਸਵੀ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਜਿਹੜੀ ਆ ਉਹ ਲੜਾਈ ਜਿਹੜੀ ਆ ਉੱਥੇ ਹੋਈ ਸੀ ਜਦੋਂ ਸਰਹੰਦ ਫਤਿਹ ਕਰਨ ਨਿਕਲੇ ਸੀ ਉਹ। ਤੇ ਇਹ ਜਿਹੜਾ ਹੈਗਾ ਇਹ ਜੰਗੀ ਯਾਦਗਾਰ ਜਿਹੜੀ ਹੈ ਬਣੀ ਹੈ ਚੱਪੜਚਿੜੀ ਮੋਹਾਲੀ ਦੇ ਕੋਲ ਹੈ। ਨਵਦੀਪ ਜੀ ਟਾਈਮ ਵਾਈਡ ਅਪ ਕਰ ਦਈਏ? ਹਾਂਜੀ ਸਰ, ਹਾਂਜੀ ਕਰੋ ਸਰ, ਕੋਈ ਗੱਲ ਨਹੀਂ, ਤੁਸੀਂ ਕਰੋ, ਕੋਈ ਗੱਲ ਨਹੀਂ। ਹਾਂ ਠੀਕ ਸਰ। ਜਿੰਨਾ ਵੀ ਅਸੀਂ ਇਹਨਾਂ ਦੋਨਾਂ ਫਿਲਮਾਂ ਦੇ ਵਿੱਚ ਅਸੀਂ ਇਹ ਜਿਹੜੇ ਇਤਿਹਾਸਕ ਤੱਥ ਜਿਹੜੇ ਪੇਸ਼ ਕੀਤੇ ਗਏ ਨੇ ਇਹਨਾਂ ਦਾ ਲੋਕ ਮਾਨਸ ਜਿਹੜਾ ਵਾ ਉੱਤੇ ਕੀ ਪ੍ਰਭਾਵ ਪਿਆ ਇਹਦੇ ਬਾਰੇ ਕੋਈ ਮੈਨੂੰ ਲੱਗਦਾ ਹੈ ਕਿ ਅਸੀਂ ਜ਼ਿਆਦਾ ਹੁਣ ਮੇਰੇ ਦੱਸਣ ਦੀ ਲੋੜ ਨਹੀਂ ਹੈ, ਕਿਉਂਕਿ ਜਦੋਂ ਇਹਨਾਂ ਫਿਲਮਾਂ ਦੇ ਵਿੱਚ ਇਤਿਹਾਸ ਪੇਸ਼ ਕੀਤਾ ਜਾਂਦਾ ਸੀ ਤੇ ਜਿਹੜੇ ਦਰਸ਼ਕ ਬਾਹਰ ਨਿਕਲਦੇ ਸੀ ਇਹਨਾਂ ਫਿਲਮਾਂ ਨੂੰ ਦੇਖ ਕੇ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦੇ ਸੀ। ਤੇ ਨਾਲ ਦੀ ਨਾਲ ਇਹ ਵੀ ਗੱਲ ਸਪਸ਼ਟ ਹੈ ਕਿ ਇਹਨਾਂ ਫਿਲਮਾਂ ਨੂੰ ਬਣਾਉਣ ਤੋਂ ਪਹਿਲਾਂ ਜਿਹੜਾ ਨਿਰਦੇਸ਼ਕ ਸੀ ਉਹਨੇ ਹਰ ਪ੍ਰਕਾਰ ਦੀ ਜਾਣਕਾਰੀ ਪਹਿਲਾਂ ਖੁਦ ਪ੍ਰਾਪਤ ਕੀਤੀ ਸੀ ਤੇ ਪਿੱਛੋਂ ਦਰਸ਼ਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਬੇਸ਼ੱਕ ਸਿੱਖ ਧਰਮ ਵਿੱਚ ਮੂਰਤੀ ਪੂਜਾ ਦੀ ਮਨਾਹੀ ਹੈ, ਪਰੰਤੂ ਇਸ ਕਿਸਮ ਦੇ ਉਪਰਾਲੇ ਨਾਲ ਨਵੀਂ ਪੀੜ੍ਹੀ ਜੋ ਇਸ ਪ੍ਰਕਾਰ ਦੀਆਂ ਘਟਨਾਵਾਂ ਨੂੰ ਸਿਰਫ ਕਹਾਣੀਆਂ ਮਾਤਰ ਮੰਨਣ ਲੱਗ ਪਈ ਸੀ। ਕਿਉਂਕਿ ਕਈ ਵਾਰੀ ਸਾਡੇ ਮਨ ਦੇ ਵਿੱਚ ਵੀ ਹੁੰਦਾ ਹੈ ਨਾ ਕਿ ਇਦਾਂ ਹੋ ਸਕਦਾ ਹੈ ਕੋਈ ਕੋਲੂ ਦੇ ਵਿੱਚ ਪੀੜਿਆ ਜਾਵੇ, ਕਿਸੇ ਦੇ ਬੰਦ ਜਿਹੜੇ ਕੱਟ ਦਿੱਤੇ ਜਾਣ, ਛੋਟੇ ਛੋਟੇ ਬੱਚੇ ਜਿਹੜੇ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ ਤੇ ਜੇ ਗੋਡੇ ਜਿਹੜੇ ਨੇ ਜੇ ਉਹ ਵਿੱਚ ਰੁਕਾਵਟ ਬਣ ਰਹੇ ਨੇ ਉਹਨਾਂ ਨੂੰ ਛਾਂਗ ਦਿੱਤਾ ਜਾਵੇ। ਤੇ ਸਾਨੂੰ ਲੱਗਦਾ ਸੀ ਕਿ ਇੱਕ ਆਹ ਸਧਾਰਨ ਜੀਆਂ ਗੱਲਾਂ ਨੇ ਨਹੀਂ ਵਾਪਰ ਸਕਦੀਆਂ। ਸਾਡੀ ਜਿਹੜੀ ਨੌਜਵਾਨ ਪੀੜ੍ਹੀ ਸੀ ਉਹ ਇੱਕ ਕਹਾਣੀਆਂ ਮੰਨਣ ਲੱਗ ਪਈ ਸੀ। ਤੇ ਜਦੋਂ ਇਹ ਫਿਲਮਾਂ ਆਈਆਂ ਤੇ ਫਿਰ ਸਾਡੀ ਨੌਜਵਾਨ ਪੀੜ੍ਹੀ ਦਾ ਝੁਕਾਅ ਆਪਣੇ ਵਿਰਸੇ ਵੱਲ ਵੇਖਣ ਨੂੰ ਮਿਲਿਆ। ਤਸਵੀਰ ਕਸ਼ੀ ਰਾਹੀਂ ਉਹ ਵੀ ਚੱਲਦੀਆਂ ਫਿਰਦੀਆਂ ਤਸਵੀਰਾਂ ਜਿਨ੍ਹਾਂ ਤੋਂ ਜਾਨਦਾਰ ਹੋਣ ਦਾ ਭਰਮ ਪੈਦਾ ਹੁੰਦਾ ਹੋਵੇ ਤੇ ਉਸ ਦਾ ਅਸਰ ਲੋਕ ਮਾਨਸਿਕਤਾ ਨੇ ਵਧੇਰੇ ਕਬੂਲਿਆ ਹੈ। ਇਤਿਹਾਸ ਤਾਂ ਹੀ ਬਣਦੇ ਹਨ ਜੇਕਰ ਵਜੂਦ ਹੋਵੇ। ਇਸੇ ਕਾਰਨ ਸਿੱਖ ਇਤਿਹਾਸ ਦੇ ਇਸ ਅਹਿਮ ਹਿੱਸੇ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਲਈ ਗੁਰੂ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਐਨੀਮੇਸ਼ਨ ਰਾਹੀਂ ਵਜੂਦ ਦੇਣ ਦੀ ਜ਼ਰੂਰਤ ਮਹਿਸੂਸ ਕਰਕੇ ਇਹਨਾਂ ਫਿਲਮਾਂ ਦਾ ਨਿਰਮਾਣ ਕੀਤਾ ਗਿਆ। ਬੇਸ਼ੱਕ ਅਜਿਹਾ ਉਪਰਾਲਾ ਪਹਿਲੀ ਵਾਰ ਕੀਤਾ ਗਿਆ ਹੈ, ਪਰ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰਾ ਇਤਿਹਾਸ ਮੂਰਤੀਆਂ ਦੇ ਰੂਪ ਵਿੱਚ ਪਹਿਲਾਂ ਹੀ ਪ੍ਰਾਪਤ ਹੁੰਦਾ ਹੈ। ਉਹਨਾਂ ਦਾ ਅਸਰ ਵੀ ਲੋਕ ਮਾਨਸਿਕਤਾ ਨੇ ਤਸਵੀਰ ਕਸ਼ੀ ਨਾਲੋਂ ਵਧੇਰੇ ਕਬੂਲਿਆ ਹੈ। ਜੇ ਅਸੀਂ ਉਦਾਹਰਨ ਲੈਣੀ ਹੋਵੇ ਤੇ ਸਾਡੇ ਕੋਲ ਗੁਰਦੁਆਰਾ ਮਹਿਤੀਆਣਾ ਸਾਹਿਬ ਹੈ, ਜਿੱਥੇ ਇਹ ਸਾਰੇ ਜਿਹੜੇ ਸਾਡੇ ਸਿੱਖਾਂ ਦੀਆਂ ਇਤਿਹਾਸਕ ਘਟਨਾਵਾਂ ਜਿਹੜੀਆਂ ਨੇ ਕਿਸੇ ਨੂੰ ਜਿੱਥੇ ਕੋਹਲੂ 'ਚ ਪੀੜਿਆ ਗਿਆ ਆ, ਆਰਿਆਂ ਨਾਲ ਚੀਰਿਆ ਗਿਆ ਆ, ਤੇ ਉਹ ਮੂਰਤੀਆਂ ਸਾਨੂੰ ਮਹਿਤੀਆਣਾ ਮਿਲਦੀਆਂ ਨੇ। ਤੇ ਸਾਡੇ ਸਿੱਖ ਜਿਹੜੇ ਪਰਿਵਾਰਾਂ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹ ਮਹਿਤੀਆਣਾ ਗੁਰਦੁਆਰਾ ਸਾਹਿਬ ਦੇ ਇੱਕ ਵਾਰ ਦਰਸ਼ਨ ਕਰਨ ਜ਼ਰੂਰ ਜਾਂਦੇ ਨੇ ਕਿ ਅਸੀਂ ਉੱਥੇ ਦੇਖੀਏ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ।
ਇਹਨਾਂ ਫਿਲਮਾਂ ਨੂੰ ਸਿੱਖ ਧਰਮ ਨਾਲ ਸੰਬੰਧਿਤ ਆਗੂਆਂ ਅਤੇ ਹੋਰ ਵਿਦਵਾਨਾਂ ਨੇ ਕਿਸ ਪ੍ਰਕਾਰ ਵੇਖਿਆ ਹੈ ਤੇ ਸਮਝਿਆ ਹੈ। ਇਸ ਪ੍ਰਕਾਰ ਇੱਥੇ ਚਰਚਾ ਨਾ ਕਰਕੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਆਮ ਲੋਕਾਂ ਨੇ ਇਹਨਾਂ ਨੂੰ ਭਰਵਾਂ ਹੁੰਗਾਰਾ ਦੇ ਕੇ ਭਰਪੂਰ ਸਵਾਗਤ ਜ਼ਰੂਰ ਕੀਤਾ ਹੈ। ਤੇ ਮੈਂ ਵੀ ਇਹ ਗੱਲ ਇੱਥੇ ਕਰਨੀ ਚਾਹੁੰਦਾ ਵਾਂ ਕਿ ਮੇਰਾ ਜਿਹੜਾ ਮੇਨ ਮਕਸਦ ਸੀ ਇਹਨਾਂ ਫਿਲਮਾਂ ਦੇ ਉੱਪਰ ਚਰਚਾ ਕਰਨ ਦਾ, ਮੈਂ ਕੋਈ ਪੱਖ ਜਾਂ ਵਿਰੋਧ ਦੇ ਵਿੱਚ ਗੱਲ ਕਰਨ ਦਾ ਮਕਸਦ ਨਹੀਂ ਸੀ ਮੇਰਾ। ਮੈਂ ਸਿਰਫ ਇੱਕ ਇੰਪੈਕਟ ਦੀ ਗੱਲ ਕੀਤੀ ਹੈ, ਪ੍ਰਭਾਵ ਦੀ ਗੱਲ ਕੀਤੀ ਹੈ ਕਿ ਸਾਡਾ ਜਿਹੜਾ ਯੂਥ ਹੈ ਉਹਨਾਂ ਦੇ ਉੱਤੇ ਇਹਨਾਂ ਫਿਲਮਾਂ ਦਾ ਪ੍ਰਭਾਵ ਜਿਹੜਾ ਉਹ ਕਿਵੇਂ ਪਿਆ। ਥੈਂਕ ਯੂ ਸਰ, ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ ਸਰ, ਬਹੁਤ ਹੀ ਡੀਪਲੀ ਤੁਸੀਂ ਐਕਸਪਲੇਨ ਕੀਤੇ ਸਾਨੂੰ ਕਨਸੈਪਟ, ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਜਿਵੇਂ ਤੁਸੀਂ ਦੱਸਿਆ ਕਿ ਨਹੀਂ ਪਤਾ ਹੁੰਦੀਆਂ ਸੀ, ਸੁਣੀਆਂ ਹੁੰਦੀਆਂ ਨੇ ਸਿਰਫ, ਉਹ ਕੋਈ ਮੰਨਦਾ ਹੈ ਕੋਈ ਨਹੀਂ ਮੰਨਦਾ। ਜਦੋਂ ਮੂਵੀਜ਼ ਆਉਂਦੀਆਂ ਨੇ ਉਹਨਾਂ ਨੂੰ ਵੀ ਕੋਈ ਤਾਂ ਸ਼ੌਂਕ ਵਜੋਂ ਵੇਖਦਾ ਹੈ, ਕੋਈ ਧਾਰਮਿਕ ਪੱਖ ਨਾਲ ਦੇਖਦਾ ਹੈ, ਤਾਂ ਕਿਸੇ ਦਾ ਲਗਾਵ ਕਿਸੇ ਤਰੀਕੇ ਨਾਲ ਹੁੰਦਾ ਹੈ, ਕਿਸੇ ਦਾ ਕਿਸੇ ਨਾਲ ਹੁੰਦਾ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਡੀਪਲੀ ਹਰ ਪਹਿਲੂ ਨੂੰ ਐਕਸਪਲੇਨ ਕੀਤਾ ਤੇ ਜਿਹੜੀਆਂ ਅਸਲ ਉਹਦੇ ਵਿੱਚੋਂ ਕਨਸੈਪਟ ਜਿਹੜੇ ਸੀਗੇ ਉਹ ਤੁਸੀਂ ਲਏ। ਮੋਰਓਵਰ ਜਿਹੜੀ ਲਾਸਟ ਦੀਆਂ ਜਿਹੜੀਆਂ ਵਰਡਿੰਗਸ ਤੁਸੀਂ ਮੂਵੀਜ਼ ਦੀਆਂ ਦੱਸੀਆਂ ਕਿ ਉਹ ਜਿਹੜੀਆਂ ਓਮਪੁਰੀ ਵੱਲੋਂ ਬੋਲੀਆਂ ਗਈਆਂ ਵਰਡਿੰਗਸ ਨੇ ਉਹਨਾਂ ਦਾ ਕੀ ਪ੍ਰਭਾਵ ਤੇ ਕਿਵੇਂ ਪੈਂਦਾ। ਸੋ ਇਟ ਵਾਜ਼ ਆਲ ਵੈਰੀ ਨਾਈਸ ਸੈਸ਼ਨ ਐਂਡ ਥੈਂਕ ਯੂ ਵੈਰੀ ਮਚ ਸਰ ਫਰੋਮ ਦ ਕੋਰ ਆਫ ਆਰ ਹਾਰਟ, ਕਿਉਂਕਿ ਸਾਡੇ ਬੱਚਿਆਂ ਨੂੰ ਇਹ ਬਹੁਤ ਜ਼ਿਆਦਾ ਜ਼ਰੂਰੀ। ਜਿਵੇਂ ਚੇਂਜ ਦੀ ਗੱਲ ਕਰੀਏ ਤੇ ਵੀ ਹੈਵ ਆਲਸੋ ਨੋਟਿਸਡ ਕਿ ਹੁਣ ਵਾਲ ਕਟਾਉਣ ਦੀ ਗੱਲ ਹੀ ਆਪਾਂ ਕਰੀਏ ਤੇ ਹੁਣ ਬੱਚੇ ਘੱਟ ਕਟਾਉਂਦੇ ਨੇ ਵਾਲ, ਪੱਗ ਜ਼ਿਆਦਾ ਬੰਨਣੀ ਸਟਾਰਟ ਕਰ ਗਏ ਨੇ। ਮੈਨੂੰ ਲੱਗਦਾ ਇਹ ਵੀ ਇੱਕ ਇੰਪੈਕਟ ਹੀ ਆ, ਇੱਕ ਬੜਾ ਪੋਜ਼ਿਟਿਵ ਇੰਪੈਕਟ ਆ ਇਹਨਾਂ ਚੀਜ਼ਾਂ ਨੂੰ ਦੇਖ ਕੇ, ਕਿਉਂਕਿ ਪਹਿਲਾਂ ਟ੍ਰੈਂਡ ਬਹੁਤ ਜ਼ਿਆਦਾ ਚੱਲ ਪਿਆ ਸੀ ਇਹ ਜੀ। ਸੋ very very thank you from the core of our heart sir for this very valuable session. Now I would like to request the head of the department, Professor Jesse Julian, to come forward and say a few words. Thank you, Professor Navdeep Singh. Am I audible? Yes, ma'am. Okay. So, good afternoon, all. I don't know how to give thanks to Dr. Muktiar Singh. So I heard about you from my colleagues like Professor Navdeep Singh, Professor Malkit Singh, Ashok sir, and all they were talking about you. So I also very much inspired by their words. So today, when I heard you, your voice and the touching words that you have expressed here, sir, I'm really impressed and inspired also to watch such kind of movie. And here we are very much fortunate that you, such a person having a great insight and knowledge here among the students to share this kind of knowledge to the students. Today, the world is a technological world. So, and the students also moving in that way only. When we are hearing history or we are reading the stories of our history, it will not give us such a good impact. But when we are watching such kind of movies, the real feeling, like the voice that you have mentioned, aapne khas karke bola tha, the voice, how they have given the voice to that, and the basic history, like I can't use that particular Punjabi words, the sons of Guru, उनका childhood जो है वो express किए हैं, how they are playing, how they are doing that kind of historical arts and all ना, तो कैसे वो सब बातें जब देखते हैं, when we watch such kind of movie, it's real feelings जो हमारे अंदर आ जाते हैं. Then only we come to know, so what is the real story, how they have sacrificed for our community, our people. So how the teachings of Guru we can spread towards the society.
So all these kind of knowledge they are getting. So sir, you have explained very clearly, and कई चीजें ऐसा है कि मैं भी stories तो सुने हैं, लेकिन अभी कई और भी बातें आपसे मुझे भी knowledge मिले हैं. I also came to know many things. So really, sir, you are an ocean of knowledge. You shared it very well here. So I'm really thankful to you on behalf of the management, the department staff members, and the college staff members and the students. I'm really thankful to you. You spared your valuable time and shared your insight and spread this knowledge to the students. So I hope it will bring a good impact among the students, so that they can also continue these kind of good knowledge and this kind of awareness, even they can spread with others also. So thank you, sir. Thank you very much. I hope in future also, whenever we need to share such kind of things to the students, you will be there. And once again, I express my gratitude to you, sir. Thank you very much. ਥੈਂਕ ਯੂ ਵੈਰੀ ਮਚ ਮੈਡਮ ਜੈਸੀ ਜੂਲੀਅਨ ਜੀ। I would ਨਾਲ like ਦੀ to, ਨਾਲ ਮੈਂ ਧੰਨਵਾਦੀ ਆਪਣੇ ਦੋਸਤ ਪ੍ਰੋਫੈਸਰ ਨਵਦੀਪ, ਪ੍ਰੋਫੈਸਰ ਮਲਕੀਤ ਜੀ ਦਾ, ਜਿਹੜੇ ਕਿ ਇਸੇ ਕਾਲਜ ਦੇ ਵਿੱਚ ਹੀ ਮੇਰੇ ਦੋਸਤ ਨੇ ਬੜੇ ਵਧੀਆ ਉਹ। ਤੇ ਤੁਸੀਂ ਜਦੋਂ ਵੀ ਕਿਤੇ ਯਾਦ ਕਰੋਗੇ ਅਸੀਂ ਹਾਜ਼ਰ ਹੋਵਾਂਗੇ ਮੈਡਮ। ਥੈਂਕ ਯੂ ਵੈਰੀ ਮਚ ਜੀ। Thank you, sir. Thank you. I would like to call Assistant Professor Rajinder Kaur for a formal word of thanks. Good afternoon to all. Myself, Assistant Professor Rajinder Kaur, takes this opportunity to say a few words in the form of vote of thanks. I hope today's lecture will bring good impact among our upcoming generations. From the core of my heart, I express my gratitude to Dr. Mukhtar Singh for sharing his valuable time with us and filled us with a lot of knowledge and awareness about the Guru Gobind Singh Ji life history and the evaluation done on the animated movies of Guru Sahib Ji, like Char Sahibzade and Baba Banda Singh Bahadur Ji. Thank you, sir. I express my thanks to the college management and Principal Dr. Ajay Prashar for giving us the opportunity to organize this guest lecture. I thank the department head, Assistant Professor Jesse Julian, and Professor Navdeep Singh, and all other staff members of Trinity College and other colleges, and the students, all those who associated with this program. Once again, I express my thanks to all. Thank you. Thank you very much, ma'am. Now, I request all of you to kindly switch on your videos once, because I want to take a photograph. All the students and dignitaries, please switch on your videos. सारे students अपनियां videos on कर लो 1 minute ਲਈ. All the students kindly switch on your videos. डॉक्टर साहब वीडियो ऑन कर लो प्लीज। All the students, video on, kindly switch on your videos, all the students. Thank you very much to all of you. Thank you very much, sir, for your valuable time. We hope to see you in future. Thank you very much to all the students and all the management and the coordinator, especially Assistant Professor Rajinder Kaur, who conducted this event very well. Thanks a lot to all of you.
ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਜੀ, ਥੈਂਕ ਯੂ।